जी पशु पालक वीरों साਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਹੁਣ ਤੱਕ ਆਪਣੀ ਕਾफ़ी ਵਿਸ਼ਿਆਂ 'ਤੇ ਚਰਚਾ ਹੋ ਗਈ ਹੈ ਔਰ ਅਗਲਾ ਵਿਸ਼ਾ ਜਿਹੜਾ ਸਮੇਂ ਦੀ ਜ਼ਰੂਰਤ ਮੁਤਾਬਕ ਆਪਾਂ ਸ਼ੁਰੂ ਕਰਨਾ ਹੈ। ਬਹੁਤ ਸਾਰੇ ਸਵਾਲ ਆਏ ਵੇ ਮੇਰੇ ਕੋਲ WhatsApp 'ਤੇ ਸਾਡੇ ਪਸ਼ੂ ਪਾਲਕ ਵੀਰਾਂ ਦੇ। ਇਹ ਬੜਾ ਵੱਡਾ ਵਿਸ਼ਾ ਆਉਣ ਵਾਲੇ ਸਮੇਂ ਵਾਸਤੇ ਔਰ ਇਹ ਲੰਬਾ ਚੱਲੇਗਾ ਵਿਸ਼ਾ ਆਪਣਾ। ਉਹ ਹੈਗਾ ਵੀ ਮੌਜੂਦਾ ਡੇਅਰੀ ਹਾਲਾਤ ਜਿਹੜੇ ਚੱਲ ਰਹੇ ਆ ਸਾਡੇ, ਅਤੇ ਆਉਣ ਵਾਲੇ ਸਮੇਂ 'ਚ ਆਪਾਂ ਡੇਅਰੀ ਫਾਰਮਿੰਗ ਹੈ ਜਿਹੜੀ ਨੂੰ ਲਾਹੇਵੰਦ ਕਿੱਦਾਂ ਬਣਾਈਏ। ਅੱਜ ਇੱਕ ਮੈਂ ਦੇਖਿਆ ਕਰੋਨਾ ਤੋਂ ਬਾਅਦ ਜਿਹੜਾ ਸਮਾਂ ਆਇਆ ਪਿਛਲੇ 6-7 ਮਹੀਨੇ ਦਾ ਸਮਾਂ, ਮਾਰਕੀਟ ਦੇ ਵਿੱਚ ਜਾਂ ਓਵਰਆਲ ਪਸ਼ੂ ਪਾਲਕਾਂ ਦੇ ਵਿੱਚ ਕੁਛ ਜਿਹੜੇ ਹਾਲਾਤ ਵੀ ਖੇਤੀਬਾੜੀ ਦੇ ਇੱਦਾਂ ਬਣੇ ਹੋਏ ਹੈ। ਅਕਸਰ ਮੈਂ ਦੇਖਦਾ ਵੀ ਬਹੁਤ ਜ਼ਿਆਦਾ ਕਈ ਵਾਰੀ ਨਿਰਾਸ਼ਾਜਨਕ ਗੱਲਾਂ ਮੈਂ ਦੇਖਦਾ ਸੁਣਦਾ। ਦੇਖੋ, ਡੇਅਰੀ ਫਾਰਮਿੰਗ ਨੂੰ ਜੇ ਅਸੀਂ ਲਾਹੇਵੰਦ ਬਣਾਉਣਾ ਹੈ ਤਾਂ ਮੈਂ ਤੁਹਾਨੂੰ ਪਹਿਲੀ ਗੱਲ ਇਹ ਕਹੂੰਗਾ ਵੀ ਮੁੜ ਕੇ ਦੁਬਾਰਾ ਸਾਨੂੰ ਮੁੱਢਲੀਆਂ ਚੀਜ਼ਾਂ ਵੱਲ ਜਾਣਾ ਪਊਗਾ। ਪੰਜਾਬ ਜਿਹੜਾ ਹੈ ਹਰ ਚੀਜ਼ 'ਚ ਮੋਹਰੀ ਹੈ, ਤੁਹਾਨੂੰ ਪਤਾ ਹੈ। ਹਰ ਨਵੀਂ ਤਕਨੀਕ ਟੈਕਨੋਲੋਜੀ, ਜਿਸ ਤਰ੍ਹਾਂ ਗ੍ਰੀਨ ਰੈਵੋਲੂਸ਼ਨ ਸੀਗਾ, ਹਰੀ ਕ੍ਰਾਂਤੀ ਜਾਂ ਵਾਈਟ ਰੈਵੋਲੂਸ਼ਨ ਸੀਗਾ ਜਿਹੜੀ ਚਿੱਟੀ ਕ੍ਰਾਂਤੀ, ਅਸੀਂ ਅੱਗੇ ਹੋ ਕੇ ਮੋਢੀ ਬਣ ਕੇ ਮੋਹਰੀ ਬਣ ਕੇ ਇਹਨੂੰ ਅਪਣਾਇਆ। ਪਰ ਅੱਜ ਸਾਨੂੰ ਕਿਤੇ ਨਾ ਕਿਤੇ ਹਾਲਾਤਾਂ ਦੇ ਹਿਸਾਬ ਨਾਲ ਇਹ ਦੇਖਣਾ ਪੈਣਾ ਵੀ ਹੁਣ ਜ਼ਿਆਦਾ ਪੈਦਾਵਾਰ ਚਾਹੀਦੀ ਹੈ ਜਾਂ ਘੱਟ ਪੈਦਾਵਾਰ ਸਹੀ ਰੇਟ 'ਤੇ ਵੇਚਣੀ ਚਾਹੀਦੀ ਹੈ। ਜ਼ਿਆਦਾ ਪੈਦਾਵਾਰ ਹੈ ਜਿਹੜੀ ਦੁੱਧ ਦੀ, ਉਹਦਾ ਕਿਤੇ ਨਾ ਕਿਤੇ ਸਾਨੂੰ ਕਈ ਤਰੀਕਿਆਂ ਨਾਲ ਖਮਿਆਜਾ ਭੁਗਤਣਾ ਪੈਂਦਾ ਹੈ। ਇਹ 'ਚ ਕਈ ਸਾਡੇ ਗਾਂਹ ਵਧੂ ਪਸ਼ੂ ਪਾਲਕਾਂ ਨੂੰ ਮੇਰੀ ਗੱਲ ਇਹ ਸ਼ਾਇਦ ਨਾ ਚੰਗੀ ਲੱਗੇ, ਪਰ ਗੱਲ ਇਹ ਹੈ ਵੀ ਜੋ ਸਾਡੇ ਜ਼ਮੀਨੀ ਹਕੀਕਤ ਦੇ ਹਾਲਾਤ ਨੇ, ਜਿਸ ਤਰ੍ਹਾਂ ਪੂਰੇ ਦੇਸ਼ ਦੇ ਵਿੱਚ ਖਾਸ ਕਰਕੇ 4-5 ਸਟੇਟਾਂ, ਜਿਵੇਂ ਅਸੀਂ ਗੱਲ ਕਰੀਏ ਰਾਜਸਥਾਨ ਦੀ, ਜਾਂ ਮੌਜੂਦਾ ਇਸ ਵੇਲੇ ਮਹਾਰਾਸ਼ਟਰ ਦੀ ਸਥਿਤੀ, ਜਾਂ ਕੁਝ ਸਾਡੀਆਂ ਛੋਟੀਆਂ ਸਟੇਟਾਂ ਜਿਹੜੀਆਂ ਹੈਗੀਆਂ, ਅਤੇ ਜਾਂ ਫਿਰ ਸਾਡੇ ਪੰਜਾਬ ਹਰਿਆਣੇ ਦੇ ਹਾਲਾਤ ਹਨ। ਦੇਖੋ, ਦੁੱਧ ਦੀ ਮਾਰਕੀਟਿੰਗ ਦੇ ਵਿੱਚ ਪਿੱਛੇ ਜੋ ਸਮੱਸਿਆਵਾਂ ਸਾਨੂੰ ਆਈਆਂ, ਸਮਾਂ ਇਹ ਸਹੀ ਹੈ ਵੀ ਡੇਅਰੀ ਫਾਰਮਿੰਗ ਨੂੰ ਲਾਹੇਵੰਦ ਬਣਾਉਣ ਬਾਰੇ ਅਸੀਂ ਸਾਰੀਆਂ ਚੀਜ਼ਾਂ 'ਤੇ ਚੰਗੀ ਤਰ੍ਹਾਂ ਵਿਚਾਰ ਕਰੀਏ। ਦੇਖੋ, ਜਿੰਨਾ ਦੇਰ ਅਸੀਂ ਜਿੰਨੀਆਂ ਹੁਣ ਤੱਕ ਕਿਤਾਬਾਂ ਪੜ੍ਹੀਆਂ ਸੁਣਿਆ, ਚੰਗੇ ਜਿਹੜੇ ਸਾਡੇ ਡੇਅਰੀ ਦੇ ਵਿਗਿਆਨੀ ਆ, ਅਕਸਰ 3 ਚੀਜ਼ਾਂ ਦੀ ਗੱਲ ਕਰਦੇ ਹੈ: ਫੀਡਿੰਗ, ਬਰੀਡਿੰਗ ਅਤੇ ਮੈਨੇਜਮੈਂਟ। ਮਤਲਬ ਕਿ ਖੁਰਾਕ ਅਤੇ ਬਰੀਡਿੰਗ ਜਿਹੜੀ ਹੋ ਗਈ, ਅਸੀਂ ਨਸਲ ਕਸ਼ੀ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਵੀ ਅਸੀਂ ਬਰੀਡ ਇੰਪਰੂਵਮੈਂਟ ਕਰਦੇ ਹਾਂ, ਪ੍ਰਜਨਨ ਜਾਂ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਔਰ ਤੀਜੇ ਨੰਬਰ 'ਤੇ ਪ੍ਰਬੰਧਨ। ਮਤਲਬ ਕਿ ਖੁਰਾਕ, ਪ੍ਰਜਨਨ ਅਤੇ ਪ੍ਰਬੰਧਨ, ਫੀਡਿੰਗ, ਬਰੀਡਿੰਗ ਅਤੇ ਮੈਨੇਜਮੈਂਟ। ਇਹ ਚੀਜ਼ਾਂ ਦੀ ਗੱਲ ਹੁੰਦੀ ਰਹੀ ਹੈ ਹੁਣ ਤੱਕ, ਪਰ ਹੁਣ ਇਹ ਚੀਜ਼ਾਂ ਨਾਲ ਗੱਲ ਨਹੀਂ ਬਣਨੀ ਹੈਗੀ। ਹੁਣ ਹਾਲਾਤ ਬੜਾ ਸਹੀ ਸਮਾਂ ਹੈ ਵੀ ਸਾਨੂੰ ਆਪਣੀ ਮਾਰਕੀਟਿੰਗ ਦੇਖਣੀ ਪੈਣੀ ਹੈ। ਦੂਜੀ ਗੱਲ ਇਹ ਹੈ ਵੀ ਜਿਹੜਾ ਨਿਰਾਸ਼ਾਜਨਕ ਮਾਹੌਲ ਹੈ, ਉਹ ਪੂਰੀ ਮੇਰੀ ਉਮੀਦ ਹੈ ਵੀ ਆਉਣ ਵਾਲੇ ਜਿਹੜਾ ਸਾਡਾ ਤਿਉਹਾਰਾਂ ਦਾ ਸੀਜ਼ਨ ਹੈ, 3 ਮਹੀਨੇ ਦਾ ਆਉਣ ਵਾਲਾ ਸਮਾਂ ਜਿਹੜਾ ਹੈਗਾ, ਮਤਲਬ ਕਿ ਅਕਤੂਬਰ, ਨਵੰਬਰ, ਦਸੰਬਰ, ਇਹ 'ਚ ਸਾਡੇ ਜਿਹੜੇ ਸਟਾਕ ਬਿਲਡਅਪ ਹੋਏ ਵੇ ਹੈ, ਭਾਵੇਂ ਸੁੱਕੇ ਦੁੱਧ ਦੇ ਹੈ, ਭਾਵੇਂ ਮੱਖਣ ਦੇ ਹੈ, ਜਾਂ ਹੋਰ ਜਿਹੜੇ ਘਿਓ ਦੇ ਸਟਾਕ ਹੈ, ਉਹ ਉਮੀਦ ਹੈ ਵੀ ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਕਾਫੀ ਜ਼ਿਆਦਾ ਘਟ ਜਾਣਗੇ। ਪਰ ਗੱਲ ਇਹ ਹੈ ਵੀ ਸਾਨੂੰ ਇਹ ਵੀ ਸਮਝਣਾ ਪੈਣਾ ਹੈ ਵੀ ਹੁਣ ਦੁੱਧ ਦੀ ਪੈਦਾਵਾਰ ਵੀ ਬਹੁਤ ਵੱਧ ਜਾਣੀ ਹੈ। ਇਸ ਕਰਕੇ ਸਾਨੂੰ ਅੱਜ ਜਿਹੜੀ ਅਡਲਟਰੇਸ਼ਨ ਹੈ ਜਾਂ ਜਿਹੜੀ ਮਿਲਾਵਟਖੋਰੀ ਹੈ, ਉਹਦੇ ਵਿਰੁੱਧ ਤਕੜੇ ਹੋ ਕੇ ਲੜਨਾ ਪੈਣਾ। ਇਹ ਸਮੱਸਿਆ ਬਾਹਰਲੀ ਹੈ, ਪਰ ਜਿਹੜੀ ਸਾਡੀ ਅੰਦਰਲੀ ਸਮੱਸਿਆ ਹੈ ਨਾ, ਸਾਡੇ ਫਾਰਮ ਦੀਆਂ ਸਮੱਸਿਆ, ਉਹਦੇ ਵੱਲ ਵੀ ਸਾਨੂੰ ਉਨਾ ਹੀ ਧਿਆਨ ਦੇਣਾ ਪੈਣਾ। ਉਹ ਸਮੱਸਿਆਵਾਂ ਜਿਹੜੀਆਂ ਸਾਡੀਆਂ ਹੈਗੀਆਂ, ਉਹ ਹੈਗੀਆਂ ਕੁਆਲਿਟੀ ਮਿਲਕ ਪ੍ਰੋਡਿਊਸ ਕਰਨਾ, ਵਧੀਆ ਕੁਆਲਿਟੀ ਦਾ ਦੁੱਧ ਪੈਦਾ ਕਰਨਾ। ਦੇਖੋ, ਜੇ ਅਸੀਂ ਜ਼ਮੀਨੀ ਪੱਧਰ 'ਤੇ ਦੇਖੀਏ ਤਾਂ ਸਮੱਸਿਆ ਇਹ ਹੈ ਵੀ ਜਿਹੜਾ ਪੈਦਾ ਕਰ ਰਿਹਾ ਉਹਨੂੰ ਵਧੀਆ ਰੇਟ ਨਹੀਂ ਮਿਲਦਾ, ਔਰ ਜਿਹੜਾ ਗਾਹਕ ਹੈ ਸ਼ਹਿਰ 'ਚ ਬੈਠਾ ਹੈ ਸਾਰਾ,
ਉਹਨੂੰ ਵਧੀਆ ਪ੍ਰੋਡਕਟ ਨਹੀਂ ਮਿਲਦਾ, ਵਧੀਆ ਦੁੱਧ ਨਹੀਂ ਮਿਲਦਾ। ਅੱਜ ਵੀ ਬਹੁਤ ਸਾਰੇ ਲੋਕ ਤੁਸੀਂ ਅਕਸਰ ਦੇਖੋਗੇ ਸ਼ਹਿਰਾਂ ਦੇ ਵਿੱਚ 2-2 3-3 ਕਿਲੋਮੀਟਰ 'ਤੇ ਜਾਂ 5 ਕਿਲੋਮੀਟਰ 'ਤੇ ਵੀ ਡੋਲੂ ਚੱਕ ਕੇ ਘਰੋਂ ਜਾਂਦੇ ਆ ਦੁੱਧ ਲੈਣ ਵਾਸਤੇ। ਔਰ ਮੈਂ ਬਹੁਤ ਸਾਰੇ ਪਸ਼ੂ ਪਾਲਕਾਂ ਨਾਲ ਗੱਲ ਕਰਦਾ ਹਾਂ, ਅਸੀਂ ਹਰ ਤਰ੍ਹਾਂ ਦਾ ਖਰਚਾ ਕਰਨ ਨੂੰ ਤਿਆਰ ਹੁੰਦੇ ਹਾਂ ਫਾਰਮ 'ਤੇ, ਹਰ ਤਰ੍ਹਾਂ ਦੇ ਤਕਨੀਕੀ ਬਦਲਾਅ ਕਰਨ ਨੂੰ ਤਿਆਰ ਹੁੰਦੇ ਹਾਂ। ਮਹਿੰਗੀਆਂ ਅਸੀਂ ਮਸ਼ੀਨਰੀ ਲੈ ਲਈ ਹੈ, ਬਹੁਤ ਸਾਰੀ ਮਹਿੰਗੀ ਮਸ਼ੀਨਰੀ ਅਸੀਂ ਲੈ ਲਈ ਹੈ ਫਾਰਮਾਂ 'ਤੇ। ਬਹੁਤ ਸਾਰਾ ਅਸੀਂ ਬਰੀਡ 'ਤੇ ਵੀ ਖਰਚਾ ਕਰਤਾ, ਨਸਲ ਸੁਧਾਰ 'ਤੇ ਜਿੰਨਾ ਖਰਚਾ ਪੰਜਾਬ ਦੇ ਵਿੱਚ ਮੈਂ ਹੁੰਦਾ ਦੇਖਿਆ। ਪੰਜਾਬ ਜਾਂ ਆਂਧਰਾ ਦੇ ਵਿੱਚ 2 ਸਟੇਟਾਂ ਇਹੋ ਜਿਹੀਆਂ ਨੇ ਜਿੱਥੇ ਬਹੁਤ ਖਰਚਾ ਕੀਤਾ ਨਸਲ ਸੁਧਾਰ 'ਤੇ। ਹੋਰ ਵੀ ਸਟੇਟਾਂ ਹੋਣਗੀਆਂ ਪਰ ਇਹ ਬਹੁਤ ਜ਼ਿਆਦਾ ਇੱਥੇ ਖਰਚਾ ਕੀਤਾ ਜਾਂਦਾ। ਇਸੇ ਕਰਕੇ ਸਾਡਾ ਪੰਜਾਬ ਇੱਕ ਸੀਮਨ ਦੀ ਬੜੀ ਵੱਡੀ ਮਾਰਕੀਟ ਬਣ ਗਿਆ, ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਪਰ ਗੱਲ ਇਹ ਹੈ ਵੀ ਸਾਨੂੰ ਦੁੱਧ ਤੇ ਦੁੱਧ ਦੇ ਪ੍ਰੋਡਕਟਾਂ ਦੀ ਜਿਹੜੀ ਮਾਰਕੀਟਿੰਗ ਹੈ ਉਹਦੇ ਵੱਲ ਬਹੁਤ ਜ਼ਿਆਦਾ ਧਿਆਨ ਦੇਣਾ ਪਊਗਾ, ਨਹੀਂ ਤਾਂ ਦੇਖੋ ਇਹ ਧੰਦਾ ਕਦੇ ਵੀ ਲਾਹੇਵੰਦ ਨਹੀਂ ਹੋਣਾ। ਹੁਣ ਅਸੀਂ ਗੱਲ ਸ਼ੁਰੂ ਕੀਤੀ ਸੀ ਵੀ ਅਸੀਂ ਕੀ ਕਰ ਸਕਦੇ ਹਾਂ ਜਾਂ ਕੀ ਹੋਣਾ ਚਾਹੀਦਾ। ਦੇਖੋ ਬੜੀ ਸਪਸ਼ਟ ਗੱਲ ਹੈ, 1 ਲੀਟਰ ਦੁੱਧ ਦਾ ਜਿਹੜਾ ਰੇਟ ਹੈ ਉਹ ਜੇ ਅਸੀਂ ਘੱਟ ਤੋਂ ਘੱਟ ਲਾਈਏ ਤਾਂ ਉਹ 1.5 ਕਿਲੋ ਫੀਡ ਦੇ ਰੇਟ ਦੇ ਬਰਾਬਰ ਹੋਣਾ ਚਾਹੀਦਾ। ਮੰਨ ਲਓ ਜੇ ਸਾਡਾ ਫੀਡ ਦਾ ਰੇਟ 25 ਰੁਪਏ ਕਿਲੋ ਹੈ ਤਾਂ ਦੁੱਧ ਸਾਡਾ 40 ਰੁਪਏ ਤੋਂ ਘੱਟ ਨਹੀਂ ਵਿਕਣਾ ਚਾਹੀਦਾ। ਔਰ ਅਸੀਂ ਇਸ ਚੀਜ਼ ਵੱਲ ਗੱਲਾਂ ਸਾਰੇ ਇਹਦੀਆਂ ਕਰਦੇ ਆ, ਪਰ ਅਸੀਂ ਇਸ ਚੀਜ਼ ਨੂੰ ਸਮਝਦੇ ਸਾਰੇ ਹੈ, ਪਰ ਅਸੀਂ ਇਸ ਚੀਜ਼ ਨੂੰ ਲਾਗੂ ਕਰ ਰਹੇ ਹਾਂ ਜਾਂ ਨਹੀਂ ਕਰ ਰਹੇ। ਦੇਖੋ ਹੁਣ ਡੇਅਰੀ ਦੇ ਵਿੱਚ ਬਹੁਤ ਸਾਰੀਆਂ ਕੰਪਨੀਆਂ ਦੀ ਐਂਟਰੀ ਹੋ ਗਈ ਹੈ, ਔਰ ਤੁਸੀਂ ਦੇਖੋਗੇ ਵੀ ਇਹ ਕੰਪਨੀਆਂ ਆਮ ਤੌਰ 'ਤੇ ਜੇ ਅਸੀਂ ਗੱਲ ਕਰੀਏ ਦਿੱਲੀ ਦੇ ਆਲੇ ਦੁਆਲੇ ਅਸੀਂ ਗੱਲ ਕਰੀਏ 50 ਕਿਲੋਮੀਟਰ 'ਚ, ਜਾਂ ਹੋਰ ਥੋੜ੍ਹਾ ਦਾਇਰਾ ਵਧਾ ਲਈਏ, ਯੂਪੀ ਦਾ ਕੁਛ ਹਰਿਆਣੇ ਦਾ ਏਰੀਆ ਜੋੜ ਲਈਏ, 100 ਕਿਲੋਮੀਟਰ ਤੱਕ ਇਹ ਕੰਪਨੀਆਂ 60 ਤੋਂ 70 ਰੁਪਏ ਲੀਟਰ ਦੁੱਧ ਵੇਚ ਰਹੀਆਂ। ਔਰ ਗੱਲ ਇਹ ਹੈ ਵੀ ਸਾਨੂੰ ਇਹ ਸਮਝਣਾ ਪੈਣਾ ਹੈ ਵੀ ਅਸੀਂ ਅਗਰ ਸਹੀ ਤਰੀਕੇ ਨਾਲ ਦੁੱਧ ਨਹੀਂ ਵੇਚਾਂਗੇ ਤਾਂ ਜਿਹੜਾ ਅਸੀਂ ਸਾਰਾ ਬਾਕੀ ਮਿਹਨਤ ਕਰ ਰਹੇ ਹਾਂ, ਭਾਵੇਂ ਖੁਰਾਕ 'ਤੇ ਕਰ ਰਹੇ ਹਾਂ, ਭਾਵੇਂ ਬਰੀਡ 'ਤੇ ਕਰ ਰਹੇ ਹਾਂ, ਭਾਵੇਂ ਪ੍ਰਬੰਧਨ 'ਤੇ ਕਰ ਰਹੇ ਹਾਂ, ਉਹਦੇ ਨਾਲੇ ਧੰਦਾ ਲਾਹੇਵੰਦ ਨਹੀਂ ਹੋ ਸਕਦਾ। ਕਿਉਂਕਿ ਜਿੰਨੇ ਵੀ ਮੇਰੀ ਮਾਹਰਾਂ ਨਾਲ ਗੱਲ ਹੁੰਦੀ ਹੈ, ਹਰ ਬੰਦਾ ਪ੍ਰੋਡਕਸ਼ਨ 'ਤੇ ਕੰਮ ਕਰ ਰਿਹਾ, ਦੁੱਧ ਦੀ ਪੈਦਾਵਾਰ ਵਧਾਉਣ 'ਤੇ ਕੰਮ ਕਰ ਰਿਹਾ। ਦੇਖੋ ਮੈਂ ਤੁਹਾਨੂੰ ਦੱਸਦਾ ਇੱਕ ਗੱਲ, ਜੇ ਅਸੀਂ ਗਰਾਊਂਡ ਰਿਐਲਿਟੀਆਂ ਦੇਖੀਏ ਤਾਂ ਅਮਰੀਕਾ ਦਾ ਮੈਨੂੰ ਪਿੱਛੇ ਦੱਸਿਆ ਕਿਸੇ ਨੇ ਵੀ ਇੱਕ ਬਹੁਤ ਹਜ਼ਾਰਾਂ ਦੀ ਗਿਣਤੀ 'ਚ ਉਹਨਾਂ ਦਾ ਨੰਬਰ ਸੀਗਾ, ਸਹੀ ਜਿਹੜਾ ਗਿਣਤੀ ਮੇਰੇ ਸਹੀ ਗਿਣਤੀ ਨਹੀਂ ਮੈਨੂੰ ਯਾਦ ਹੈਗੀ, ਪਰ ਬਹੁਤ ਇੱਕ ਵੱਡਾ ਹਜ਼ਾਰਾਂ ਦੀ ਗਿਣਤੀ 'ਚ ਨੰਬਰ ਸੀ ਜਿਹੜੇ ਫਾਰਮ ਉੱਥੇ ਬੰਦ ਹੋਏ ਹੈ। ਔਰ ਇਹ ਸਾਨੂੰ ਚੀਜ਼ ਦੇਖਣੀ ਪੈਣੀ ਹੈ ਆਉਣ ਵਾਲੇ ਸਮੇਂ ਵਾਸਤੇ, ਕਿਉਂਕਿ ਬਹੁਤ ਸਾਰੇ ਸਾਡੇ ਪਸ਼ੂ ਪਾਲਕ ਵੀਰ ਹੈ ਜਿਨ੍ਹਾਂ ਦਾ ਲੱਖਾਂ ਨਹੀਂ ਕਰੋੜਾਂ ਰੁਪਏ ਡੇਅਰੀ ਫਾਰਮਾਂ 'ਤੇ ਲੱਗਿਆ ਹੋਇਆ। ਔਰ ਦੂਜੇ ਪਾਸੇ ਸਾਨੂੰ ਇਹ ਵੀ ਮੈਂ ਦੱਸਣਾ ਚਾਹੁੰਦਾ ਵੀ ਅਗਲੇ 2 ਸਾਲਾਂ ਦੇ ਵਿੱਚ 2022 ਦੀ ਜਿਸ ਦੀ ਗੱਲ ਕਰੀ ਹੈ, ਅੱਜ ਤੋਂ ਸਿਰਫ 2 ਸਾਲਾਂ ਬਾਅਦ ਤਾਂ ਜਿਹੜਾ ਕੁਆਲਿਟੀ ਫੂਡ ਹੈ, ਭਾਵੇਂ ਉਹ ਵਧੀਆ ਕੁਆਲਿਟੀ ਦੀ ਕਣਕ ਹੈ, ਭਾਵੇਂ ਉਹ ਵਧੀਆ ਕੁਆਲਿਟੀ ਦਾ ਚਾਵਲ ਹੈ, ਭਾਵੇਂ ਉਹ ਵਧੀਆ ਕੁਆਲਿਟੀ ਦਾ ਦੁੱਧ ਹੈ, ਭਾਵੇਂ ਵਧੀਆ ਕੁਆਲਿਟੀ ਦਾ ਦਹੀਂ ਹੈ, ਪਨੀਰ ਹੈ, ਚਾਹੇ ਆਟਾ ਹੈ, ਚਾਹੇ ਵਧੀਆ ਕੁਆਲਿਟੀ ਦਾ ਚੀਜ਼ ਹੈ। ਚੀਜ਼ ਬਾਰੇ ਤਾਂ ਬਹੁਤ ਸਾਰੇ ਲੋਕਾਂ ਨੂੰ ਜਾਣਕਾਰੀ ਨਹੀਂ, ਪਰ ਚੀਜ਼ ਸ਼ਹਿਰਾਂ ਦੇ ਵਿੱਚ ਜਿਹੜੀ ਪੀਜ਼ੇ ਦੀ ਅਤੇ ਬਰਗਰ ਦੀ ਮਾਰਕੀਟ ਬੜੀ ਤੇਜ਼ੀ ਨਾਲ ਡਿਵੈਲਪ ਹੋ ਰਹੀ ਹੈ ਫਾਸਟ ਫੂਡ ਦੀ, ਉਹਦੇ ਵਾਸਤੇ ਚੀਜ਼ ਇੱਕ ਬਹੁਤ ਵੱਡੀ ਉਹ ਹੈ। ਪਰ ਚੀਜ਼ ਦੇ ਵਿੱਚ ਸਾਨੂੰ ਬਹੁਤ ਸਾਰਾ ਕੰਮ ਕਰਨ ਦੀ ਲੋੜ ਹੈ। ਮਤਲਬ ਕਿ ਸਾਡੇ ਤਾਂ ਜਿਵੇਂ ਹੁਣ ਦੇਖੋ ਚੀਜ਼ ਅਤੇ ਬਟਰ ਦੇ ਵਿੱਚ ਜਿਵੇਂ ਇੱਕੋ ਬ੍ਰਾਂਡ ਦਾ ਹੀ 85% ਦੇ ਨੇੜੇ ਸ਼ੇਅਰ ਹੈ, ਇੱਦਾਂ ਹੀ ਚੀਜ਼ ਦੀਆਂ ਬੜੀਆਂ ਲਿਮਟਿਡ ਵੈਰਾਈਟੀਆਂ ਨੇ। ਜਦ ਕਿ ਅਸੀਂ ਕੁਛ ਜੇ ਕੰਟਰੀਆਂ ਦੀ ਗੱਲ ਕਰੀਏ, ਜਿਵੇਂ ਸਾਡਾ ਫਰਾਂਸ ਹੈ, ਫਰਾਂਸ ਦੇ ਵਿੱਚ ਤੁਸੀਂ ਦੇਖੋ ਹਜ਼ਾਰਾਂ ਵੈਰਾਈਟੀਆਂ ਚੀਜ਼ ਦੀਆਂ, ਹਜ਼ਾਰਾਂ ਵੈਰਾਈਟੀਆਂ, ਮਤਲਬ ਕਿ 4-5 ਹਜ਼ਾਰ ਤਰ੍ਹਾਂ ਦੀ ਵੈਰਾਈਟੀ ਹੋਊਗੀ ਉੱਥੇ ਚੀਜ਼ ਦੀ। ਪਰ ਗੱਲ ਇਹ ਹੈ ਵੀ ਸਾਡੇ ਕੋਲ ਬੜੀਆਂ ਲਿਮਟਿਡ ਚੀਜ਼ਾਂ ਨੇ। ਗੱਲ ਇਹ ਹੈ ਵੀ ਜਿਹੜੀ ਇਹ ਇੰਟਰਨੈਸ਼ਨਲ ਪੱਧਰ 'ਤੇ ਚੀਜ਼ਾਂ ਹੋ ਰਹੀਆਂ, ਇਹ ਅਸੀਂ ਆਉਣ ਵਾਲੇ ਸਮੇਂ 'ਚ ਸਾਨੂੰ ਇਹਨਾਂ ਵੱਲ ਧਿਆਨ ਦੇਣਾ ਪਊ, ਔਰ ਸਾਨੂੰ ਇਹ ਦੇਖਣਾ ਪਊਗਾ ਵੀ ਸਾਡਾ ਸਕੋਪ ਕਿੱਥੇ ਆਉਣ ਵਾਲੇ ਸਮੇਂ 'ਚ। ਸੋ ਇਸ ਕਰਕੇ ਮੈਂ ਇਹੀ ਗੱਲ ਕਰੂੰਗਾ ਵੀ ਜੇ ਇਸ ਧੰਦੇ ਨੂੰ ਲਾਹੇਵੰਦ ਬਣਾਉਣ ਦੀ ਸ਼ੁਰੂਆਤ ਕਰਨੀ ਹੈ ਤਾਂ ਸਾਨੂੰ ਸਭ ਤੋਂ ਪਹਿਲਾਂ ਦੁੱਧ ਦੀ ਜਿਹੜੀ ਪ੍ਰੋਸੈਸਿੰਗ ਹੈ, ਦੇਖੋ ਸੁਣਿਆ ਸਾਰਿਆਂ ਨੇ, ਕਿਤਾਬਾਂ 'ਚ ਲਿਖਿਆ, ਪਰ ਜੇ ਨਹੀਂ ਕਰੋਗੇ ਤਾਂ ਨਹੀਂ ਗੱਲ ਬਣਨੀ। ਸੋ ਮੈਂ ਸਾਰੇ ਵੀਰਾਂ ਨੂੰ ਇਹੀ ਕਹੂੰਗਾ, ਪਹਿਲਾਂ ਪਸ਼ੂ ਪਾਲਕ ਵੀਰਾਂ ਨੂੰ, ਵੀ ਅਸੀਂ ਪ੍ਰੋਡਕਸ਼ਨ ਤੋਂ ਬਾਹਰ, ਦੇਖੋ ਪ੍ਰੋਡਕਸ਼ਨ ਤੋਂ ਜਾਂ ਪੈਦਾਵਾਰ ਤੋਂ ਬਾਹਰ ਨਿਕਲ ਕੇ ਹੁਣ ਸਹੀ ਸਮੇਂ ਕੁਆਲਿਟੀ ਪ੍ਰੋਡਕਟ ਦਾ, ਵਧੀਆ ਕੁਆਲਿਟੀ ਦੇ ਪ੍ਰੋਡਕਟ ਦੀ ਅਤੇ ਵਧੀਆ ਕੁਆਲਿਟੀ ਦੀ ਡਿਲੀਵਰੀ, ਮਤਲਬ ਕਿ ਕੁਆਲਿਟੀ ਅਤੇ ਡਿਲੀਵਰੀ ਸਾਨੂੰ ਦੇਣ ਦੀ ਲੋੜ ਹੈ ਜੇ ਅਸੀਂ
ਆਉਣ ਵਾਲੇ ਸਮੇਂ 'ਚ ਬਚੇ ਰਹਿਣਾ। ਕਿਉਂਕਿ ਮੈਂ ਤੁਹਾਨੂੰ ਦੱਸ ਰਿਹਾ ਇਹ ਗੱਲ ਤੁਸੀਂ ਲਿਖ ਲਓ, ਜਿਹੜੇ ਵੀਰ ਅੱਜ ਖੇਤੀਬਾੜੀ ਬਾਰੇ ਜਾਂ ਡੇਅਰੀ ਬਾਰੇ ਕੁਝ ਵੀ ਨਿਰਾਸ਼ਾਜਨਕ ਗੱਲਾਂ ਕਰ ਰਹੇ ਆ, ਸਮਾਂ ਤੁਹਾਡੇ ਸਾਹਮਣੇ ਆ ਰਿਹਾ। 2 ਸਾਲਾਂ ਬਾਅਦ ਅਸੀਂ ਆਪਦੇ ਮਨਮਰਜ਼ੀ ਦੇ ਰੇਟ 'ਤੇ ਚੀਜ਼ਾਂ ਵੇਚ ਸਕਾਂਗੇ, ਪਰ ਇਹ ਤਾਂ ਹੀ ਸੰਭਵ ਹੋਊਗਾ ਜੇ ਸਾਡੇ ਕੋਲੇ ਬੈਸਟ ਕੁਆਲਿਟੀ ਦੇ ਪ੍ਰੋਡਕਟ ਹੋਣਗੇ। ਉਹਦੇ ਬਾਰੇ ਆਪਾਂ ਬੜੀ ਵਿਸਥਾਰ 'ਚ ਅੱਜ ਗੱਲ ਸ਼ੁਰੂ ਕਰਾਂਗੇ ਔਰ ਵਿਸ਼ਾ ਆਪਣਾ ਚੱਲਦਾ ਰਹੂਗਾ। ਸਭ ਤੋਂ ਪਹਿਲੀ ਜਿਹੜੀ ਗੱਲ ਹੈ, ਦੇਖੋ ਆਪਾਂ ਸ਼ੁਰੂ ਕਰਾਂਗੇ ਜਿਹੜੀਆਂ ਸਾਡੀ ਸੀਮਨ ਦੀ ਕੁਆਲਿਟੀ ਹੈ। ਦੇਖੋ ਪੰਜਾਬ ਕੁਝ ਵਿਦੇਸ਼ੀ ਕੰਪਨੀਆਂ ਦੀ ਬੜੀ ਵੱਡੀ ਸੀਮਨ ਦੀ ਮਾਰਕੀਟ ਬਣ ਚੁੱਕੀ ਹੈ। ਬਹੁਤ ਸਾਰੀਆਂ ਵਿਦੇਸ਼ੀ ਕੰਪਨੀਆਂ, ਨਸਲ ਸੁਧਾਰ ਵੀ ਬਹੁਤ ਹੋਏ ਇਹਦੇ ਨਾਲ। ਪਰ ਗੱਲ ਇਹ ਹੈ ਵੀ ਮੈਂ ਜਿਵੇਂ ਪਹਿਲਾਂ ਵੀ ਗੱਲ ਕਹੀ ਹੈ ਵੀ ਸਾਨੂੰ ਨਸਲ ਸੁਧਾਰ ਤੋਂ ਅੱਗੇ ਵੀ ਸੋਚਣਾ ਪੈਣਾ। ਦੇਖੋ ਜਿਹੜਾ ਅਸੀਂ ਦੁੱਧ ਦੀ ਪੈਦਾਵਾਰ ਪ੍ਰਤੀ ਪਸ਼ੂ ਵਧਾ ਰਹੇ ਹਾਂ, 50 ਲੀਟਰ 60 ਵੱਲ ਜਾ ਰਹੇ ਹਾਂ, ਇਹ ਗੱਲ ਕੋਈ ਜ਼ਰੂਰੀ ਨਹੀਂ ਵੀ ਸਾਰੇ ਮੇਰੀ ਵਿਚਾਰ ਨਾਲ ਸਹਿਮਤ ਹੋਣ, ਪਰ ਇਹ ਵਿਚਾਰ ਜ਼ਮੀਨੀ ਹਕੀਕਤ ਨੂੰ ਦੇਖਦੇ ਹੋਏ 100% ਸਹੀ ਹੈ। ਮੈਂ ਬਿਲਕੁਲ ਨਹੀਂ ਕਹਿਣਾ ਵੀ ਇਹ 100% ਸਹੀ ਹੈ ਔਰ ਅੱਜ ਨਹੀਂ ਕੱਲ੍ਹ ਤੁਹਾਨੂੰ ਇਹ ਲਾਗੂ ਕਰਨਾ ਪੈਣਾ। ਸਾਨੂੰ ਇਹ ਧਿਆਨ ਰੱਖਣਾ ਪੈਣਾ ਹੈ ਵੀ ਜਿਹੜਾ ਅਸੀਂ ਚਾਹ, ਕੌਫੀ, ਦੁੱਧ, ਦਹੀਂ, ਲੱਸੀ, ਮੱਖਣ, ਘਿਓ ਖਾਂਦੇ ਹਾਂ, ਜਿਹੜਾ ਸਾਡੀ ਜ਼ਿੰਦਗੀ ਦਾ ਹਲੇ ਵੀ ਬਹੁਤ ਵੱਡਾ ਹਿੱਸਾ ਹੈ, ਖਾਸ ਕਰਕੇ ਸਾਡੀ ਪੇਂਡੂ ਜ਼ਿੰਦਗੀ ਦਾ, ਜਾਂ ਜਿਹੜੇ ਪੇਂਡੂ ਪਰਿਵਾਰ ਪਿੰਡਾਂ 'ਚੋਂ ਸ਼ਹਿਰਾਂ 'ਚ ਆ ਗਏ ਹੈ, ਉੱਥੇ ਦੁੱਧ ਦੀ ਫੈਟ ਸਹੀ ਹੋਣੀ ਬਹੁਤ ਜ਼ਰੂਰੀ ਹੈ। ਦੇਖੋ ਤੁਸੀਂ ਜੇ 2.5 ਫੈਟ ਦਾ ਦੁੱਧ ਪੈਦਾ ਕਰ ਰਹੇ ਹੋ ਨਾ, ਤੁਹਾਡੇ ਕੋਲ 2 ਚੀਜ਼ਾਂ ਨੇ ਜਿਹੜੀਆਂ ਤੁਸੀਂ ਕਰ ਸਕਦੇ ਹੋ। ਪਹਿਲੀ ਤਾਂ ਇਹ ਹੈ ਵੀ ਤੁਸੀਂ HF ਦੇ ਨਾਲ ਜਰਸੀ ਮਿਕਸ ਕਰੋ। HF ਦੀ ਗਾਂ ਵੀ ਰੱਖੋ, ਜਰਸੀ ਵੀ ਰੱਖੋ, ਜਾਂ ਫਿਰ ਜਿਵੇਂ ਸਾਡੇ ਸਹਿਕਾਰੀ ਇਦਾਰੇ ਕਰਦੇ ਆ, ਮੱਝਾਂ ਅਤੇ ਗਾਵਾਂ ਦਾ ਦੁੱਧ ਮਿਕਸ ਕਰੋ। ਜਾਂ ਫਿਰ ਸਭ ਤੋਂ ਵਧੀਆ ਕੀ ਹੈ ਵੀ ਸਾਨੂੰ ਇਹ ਸਮਝਣਾ ਪੈਣਾ ਵੀ ਸਾਡੇ ਕੋਲੇ ਆਪਣੇ ਦੇਸ਼ ਦੇ ਵਿੱਚ ਜਿਵੇਂ ਸਾਡਾ ਪਸ਼ੂ ਪਾਲਣ ਵਿਭਾਗ ਹੈ ਜਾਂ ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ ਹੈ, ਉਹ ਵੀ ਅਦਾਰੇ ਹੈਗੇ ਜਿਹੜੇ ਬਹੁਤ ਵਧੀਆ ਸੀਮਨ ਪੈਦਾ ਕਰ ਰਹੇ ਹੈ। ਅਸੀਂ ਕਈ ਵਾਰੀ ਦੇਖੋ ਕੀ ਹੁੰਦੇ ਆ ਵੀ ਅਸੀਂ ਜਿਵੇਂ ਪੰਜਾਬ 'ਚ ਨਕਲੀ ਸੀਮਨ ਦੀ ਬਹੁਤ ਗੱਲ ਹੁੰਦੀ ਹੈ, ਲੋਕ ਆਮ ਪਸ਼ੂ ਪਾਲਕ ਕਰਦੇ ਹੈ, ਪਰ ਅਸੀਂ ਕਈ ਵਾਰੀ ਕੀ ਕਰਦੇ ਹਾਂ ਵੀ ਸਾਡਾ ਆਪਦਾ ਮਨ ਕਿਹੜਾ ਆਪਦੀਆਂ ਚੀਜ਼ਾਂ 'ਤੇ ਖੜ੍ਹਦਾ ਨਾ, ਅਸੀਂ ਆਪਦੇ ਸੀਮਨ ਨੂੰ ਚੰਗਾ ਕਦੋਂ ਕਹਿੰਦੇ ਆ। ਜਿਹੜਾ ਪੰਜਾਬ 'ਚ ਬੈਠਾ ਹੈ ਉਹ ਹਰਿਆਣੇ ਦੀ ਗੱਲ ਕਰ ਰਿਹਾ, ਉਹਨੂੰ ਹਰਿਆਣੇ ਦਾ ਜ਼ਿਆਦਾ ਵਧੀਆ ਲੱਗਦਾ। ਜਿਹੜਾ ਹਰਿਆਣੇ 'ਚ ਬੈਠਾ ਹੈ ਉਹ ਸ਼ਾਇਦ ਕਿਤੇ ਬਾਹਰਲੇ ਸੀਮਨ ਦੀ ਗੱਲ ਕਰਦਾ, ਔਰ ਅਸੀਂ ਪੰਜਾਬ 'ਚ ਬੈਠੇ ਵੀ ਬਹੁਤ ਸਾਰੇ ਬਾਹਰਲੇ ਸੀਮਨ ਦੀ ਗੱਲ ਕਰ ਰਹੇ ਹਾਂ। ਮੈਂ ਤੁਹਾਨੂੰ ਇਹ ਕਹੂੰਗਾ ਵੀ 3 ਚੀਜ਼ਾਂ ਦਾ ਅਸੀਂ ਧਿਆਨ ਰੱਖਣਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ। ਪਹਿਲੀ ਗੱਲ ਇਹ ਹੈ ਵੀ ਜਿਹੜੇ ਪਸ਼ੂਆਂ ਦੇ ਵਿੱਚ ਲੰਗੜਾਪਣ ਖਾਸ ਕਰਕੇ HF ਗਾਵਾਂ 'ਚ ਹੈ, ਉਹਨੂੰ ਅਸੀਂ ਕੰਟਰੋਲ ਕਰੀਏ, ਕਿਉਂਕਿ ਛੋਟੇ ਲੈਵਲ 'ਤੇ ਵੀ ਲੰਗੜੇਪਣ ਦੀ ਸਮੱਸਿਆ ਬਹੁਤ ਜ਼ਿਆਦਾ ਹੈ। ਉਹਦੇ ਵਾਸਤੇ ਸਾਨੂੰ ਸੀਮਨ ਸਿਲੈਕਸ਼ਨ ਵੱਲ ਧਿਆਨ ਦੇਣਾ ਪਊਗਾ। ਦੂਜੇ ਨੰਬਰ 'ਤੇ ਜਿਹੜਾ ਚੱਡਾ ਹੈਗਾ ਜਾਂ ਲੇਵਾ ਹੈਗਾ, ਉਹਦੀ ਸਟਰੈਂਥ ਜਾਂ ਉਹ ਜਿੰਨਾ ਪੈਂਡੂਲਸ ਮਤਲਬ ਕਿ ਜਿੰਨਾ ਲੰਕਵਾ ਨਹੀਂ ਹੋਊਗਾ ਉਹਨਾਂ 'ਚ ਸਬ ਕਲੀਨਿਕਲ ਮੈਸਟਾਈਟਿਸ ਹੈ ਘੱਟ ਹੋਊਗੀ, ਪਸ਼ੂ ਦੇ ਸੂਏ ਜ਼ਿਆਦਾ ਹੋਣਗੇ। ਔਰ ਇਹਦੇ ਵਾਸਤੇ ਮੈਂ ਤੁਹਾਨੂੰ ਕਹੂੰਗਾ ਵੀ ਕਿਤੇ ਨਾ ਕਿਤੇ ਤੁਸੀਂ ਇਸ ਗੱਲ 'ਤੇ ਆਓ ਵੀ ਅਸੀਂ ਦੁੱਧ ਦੀ ਪੈਦਾਵਾਰ ਕਿੱਥੇ ਲਿਮਿਟ ਲਾਈਏ, ਕਿੱਥੇ ਤੱਕ ਦੁੱਧ ਦੀ ਪੈਦਾਵਾਰ ਕਰੀਏ ਤਾਂ ਕਿ ਜਿਹੜੀ ਤੁਹਾਡੀ ਫੈਟ ਹੈ ਉਹ 3.5 4 ਤੋਂ ਨਾ ਟੁੱਟੇ। ਜੇ ਤੁਸੀਂ ਅੱਖਾਂ ਮੀਚ ਕੇ ਨਸਲ ਸੁਧਾਰ ਕਰੀ ਜਾਓਗੇ, ਭਾਵੇਂ ਉਹ ਇਹਦਾ ਕੋਈ ਵੀ ਪ੍ਰਚਾਰ ਕੰਪਨੀ ਕਰ ਰਹੀ ਹੈ, ਦੇਖੋ ਜਿਹੜੇ ਸਾਡੇ ਛੋਟੇ ਪਸ਼ੂ ਪਾਲਕ ਨੇ ਉਹਨਾਂ ਵਾਸਤੇ ਅੱਜ ਵੀ ਨਸਲ ਸੁਧਾਰ ਬਹੁਤ ਜ਼ਿਆਦਾ ਜ਼ਰੂਰੀ ਹੈ। ਪਰ ਸਾਡੇ ਕੋਲੇ ਵੱਡੇ ਜਿਹੜੇ ਪਸ਼ੂ ਪਾਲਕ ਨੇ ਉੱਥੇ ਸਾਨੂੰ ਪੈਦਾਵਾਰ 'ਤੇ ਅਤੇ ਦੁੱਧ ਦੀ ਗੁਣਵੱਤਾ ਤੋਂ ਮੇਰਾ ਸਪਸ਼ਟ ਬੜਾ ਭਾਵ ਹੈ ਵੀ ਪਹਿਲਾ ਹੈਗਾ ਦੁੱਧ ਦੀ ਫੈਟ, ਦੂਜਾ ਐਂਟੀਬਾਇਓਟਿਕ, ਤੀਜਾ ਐਫਲਾਟੌਕਸਿਨ। ਉਹ ਤਿੰਨਾਂ ਚੀਜ਼ਾਂ ਬਾਰੇ ਸਾਨੂੰ ਕਿਤੇ ਨਾ ਕਿਤੇ ਲਾਈਨ ਖਿੱਚਣੀ ਪੈਣੀ ਹੈ ਔਰ ਇਹ ਤਿੰਨੇ ਸਮੱਸਿਆਵਾਂ ਬਹੁਤ ਵੱਡੀਆਂ ਨੇ। ਦੇਖੋ ਜਿਹੜੀਆਂ ਅਸੀਂ ਪਿੱਛੇ ਬਹੁਤ ਸਾਰੇ ਸਾਡੇ ਪਸ਼ੂ ਪਾਲਕ ਵੀਰਾਂ ਨੇ ਗੱਲ ਕੀਤੀ ਵੀ ਸਾਨੂੰ ਕਿੱਥੇ ਜਾਣਾ, ਬਹੁਤ ਅੱਗੇ ਤੱਕ ਜਾਣਾ ਚਾਹੀਦਾ ਜੀ, ਪੈਦਾਵਾਰ ਵਧਾਉਣੀ ਚਾਹੀਦੀ ਹੈ। ਦੇਖੋ ਪੈਦਾਵਾਰ ਇੱਕ ਲਿਮਿਟ ਤੋਂ ਵਧਾਉਣ ਨਾਲ ਦੁੱਧ ਦੀ ਕੁਆਲਿਟੀ ਦੇ ਵਿੱਚ ਜੇ ਫੈਟ ਦੀ ਮਾਤਰਾ ਘਟ ਜਾਂਦੀ ਹੈ ਦੁੱਧ ਦੇ ਵਿੱਚ, ਤਾਂ ਸਾਨੂੰ ਦੁੱਧ ਦਾ ਰੇਟ ਮਾਰਕੀਟ 'ਚ ਉਨਾ ਵਧੀਆ ਨਹੀਂ ਮਿਲਣਾ। ਸੋ ਇਸ ਕਰਕੇ ਤੁਸੀਂ ਇਹ ਧਿਆਨ ਰੱਖੋ, ਜਿੰਨੇ ਸਾਡੇ ਵਧੀਆ ਮਾਰਕੀਟ 'ਚ ਜਿਹੜੇ ਕੰਪਨੀਆਂ ਜਾਂ ਪ੍ਰਾਈਵੇਟ ਕੰਪਨੀਆਂ ਦੇ ਪਲੇਅਰ ਆਏ ਹੈ, ਉਹ ਇਸ ਚੀਜ਼ ਨੂੰ ਬੜੇ ਧਿਆਨ ਨਾਲ ਵਾਚ ਕਰ ਰਹੇ ਹੈ। ਔਰ ਸਾਨੂੰ ਵੀ ਜਿਹੜੀ ਵਪਾਰਕ ਸੋਚ ਇਹ 'ਚ ਰੱਖਣੀ ਪੈਣੀ ਹੈ
ਵੀ ਦੁੱਧ ਦੀ ਫੈਟ ਹੈ, ਮੈਂ ਤੁਹਾਨੂੰ ਕਹੂੰਗਾ ਜੇ ਤੁਸੀਂ ਦੜੇ ਦੀ ਫੈਟ ਕਿਸੇ ਵੀ ਹਿਸਾਬ ਨਾਲ 4 ਤੋਂ ਉੱਪਰ ਰੱਖ ਸਕਦੇ ਹੋ, ਜਿਹਦੇ ਦੋ ਹੀ ਤਰੀਕੇ ਹੈਗੇ ਵੀ HF ਤੇ ਜਰਸੀ ਤੇ ਜਾਂ ਨਾਲ ਮੱਝਾਂ ਦਾ ਮਿਕਸ ਕਰਕੇ, ਤਾਂ ਤੁਹਾਡੇ ਦੁੱਧ ਦੀ ਜਿਹੜੀ ਕੁਆਲਿਟੀ ਦੀ ਡਿਮਾਂਡ, ਦੁੱਧ ਦੀ ਤੁਹਾਡੀ ਡਿਮਾਂਡ ਬਹੁਤ ਜ਼ਿਆਦਾ ਰਹੇਗੀ। ਕਿਉਂਕਿ ਜਿਹੜੀ ਚਾਹ ਦੀ ਕੁਆਲਿਟੀ ਹੈ, ਸਭ ਤੋਂ ਜਿਹੜੀ ਪਹਿਲਾ ਤਰੀਕਾ ਦੁੱਧ ਘਰਾਂ 'ਚ ਜਿਹੜਾ ਦੇਖਿਆ ਜਾਂਦਾ ਹੈ ਉਹ ਚਾਹ ਦੀ ਕੁਆਲਿਟੀ ਤੋਂ ਦੇਖਿਆ ਜਾਂਦਾ ਹੈ। ਉਸ ਤੋਂ ਬਾਅਦ ਦੁੱਧ ਦੇਖਿਆ ਜਾਂਦਾ ਵੀ ਦਹੀਂ ਕਿੰਨਾ ਵਧੀਆ ਜੰਮਦਾ ਹੈ, ਔਰ ਜੇ ਦੁੱਧ 'ਚ ਫੈਟ ਦੀ ਮਾਤਰਾ ਘੱਟ ਹੋਊਗੀ ਤਾਂ ਦਹੀਂ ਸਹੀ ਨਹੀਂ ਜੰਮੂਗਾ। ਇਸ ਕਰਕੇ ਕਈ ਵਾਰੀ ਦੇਖਦੇ ਆ ਸਾਡੇ ਪਸ਼ੂ ਪਾਲਕ ਵੀ, ਅਸੀਂ ਦੇਖਦੇ ਹਾਂ ਵੀ ਉਹਨਾਂ ਨੂੰ ਇਹਦੇ ਵਿੱਚ ਕਈ ਵਾਰੀ ਸਕਿਮ ਮਿਲਕ ਪਾਊਡਰ ਹੈ ਜਿਹੜਾ ਦਹੀਂ ਜਮਾਉਣ ਵਾਸਤੇ ਉਹ ਮਿਕਸ ਕਰਨਾ ਪੈਂਦਾ ਹੈ। ਸੋ ਇਸ ਕਰਕੇ ਪਹਿਲਾਂ ਤੁਸੀਂ ਸਭ ਤੋਂ ਪਹਿਲਾਂ ਸੀਮਨ ਸਿਲੈਕਸ਼ਨ ਵੇਲੇ ਮੈਂ ਤੁਹਾਨੂੰ ਕਹੂੰਗਾ ਵੀ ਅੰਧਾਧੁੰਦ ਜਿਹੜੀ ਅੰਧਾਧੁੰਦ ਸਾਡੀ ਦੌੜ ਚੱਲ ਰਹੀ ਹੈ ਸੀਮਨ ਦੀ, ਅਸੀਂ ਇਹਨੂੰ ਬ੍ਰੇਕ ਲਾਈਏ ਕਿਤੇ ਨਾ ਕਿਤੇ, ਔਰ ਜਿਹੜੀਆਂ ਸਾਡੇ ਕੋਲ ਪਹਿਲਾਂ ਵਧੀਆ ਕੁਆਲਿਟੀ ਦੀਆਂ ਗਾਵਾਂ ਤਿਆਰ ਹੋ ਗਈਆਂ, ਹੁਣ ਅਸੀਂ ਉਹਨਾਂ ਨੂੰ ਬੈਕ ਕ੍ਰੋਸ ਕਰਕੇ ਉਹਨਾਂ ਦੀ ਪ੍ਰੋਡਕਸ਼ਨ, ਅਗਲੀ ਪੀੜ੍ਹੀ ਦੀ ਪ੍ਰੋਡਕਸ਼ਨ ਇੱਕ ਲੈਵਲ 'ਤੇ ਮਤਲਬ ਕਿ ਜਿਹੜਾ ਕਿ 30 ਲੀਟਰ 35 ਲੀਟਰ ਜਾਂ 40 ਲੀਟਰ ਦਾ ਹੋ ਸਕਦਾ ਹੈ, ਉਹ ਇਸ਼ੂ 'ਤੇ ਆਪਾਂ ਹੋਰ ਗੱਲਬਾਤ ਕਰ ਸਕਦੇ ਹਾਂ। ਉਹ 'ਤੇ ਆਪਾਂ ਇੱਕ ਲਾਈਨ ਜ਼ਰੂਰ ਖਿੱਚੀਏ। ਅੱਖਾਂ ਮੀਚ ਕੇ ਕੀਤਾ ਗਿਆ ਇਹ ਸੁਧਾਰ ਤੁਹਾਨੂੰ ਬਹੁਤ ਜ਼ਿਆਦਾ ਮਹਿੰਗਾ ਪੈ ਸਕਦਾ, ਖਾਸ ਕਰਕੇ ਵੱਡੇ ਪਸ਼ੂ ਪਾਲਕਾਂ ਨੂੰ। ਛੋਟੇ ਪਸ਼ੂ ਪਾਲਕਾਂ ਨੂੰ ਹਲੇ ਵੀ ਬਹੁਤ ਕੁਝ ਕਰਨ ਦੀ ਲੋੜ ਹੈ। ਉਹਦੇ ਵਾਸਤੇ ਦੇਖੋ ਜਿਹੜਾ ਨੈਸ਼ਨਲ ਸਾਡਾ AI ਪ੍ਰੋਜੈਕਟ ਹੈ, ਉਹਦੇ ਅਧੀਨ ਸਰਕਾਰ ਬਹੁਤ ਸਾਰੀਆਂ ਸਹੂਲਤਾਂ ਦੇ ਰਹੀ ਹੈ, ਵਧੀਆ ਕੁਆਲਿਟੀ ਦਾ ਸੀਮਨ ਉਹ 'ਚ ਉਪਲਬਧ ਕਰਾਇਆ ਜਾ ਰਿਹਾ ਹੈ। ਸੋ ਪਹਿਲਾ ਵਿਸ਼ਾ ਸੀਗਾ ਆਪਣਾ ਇਹ। ਦੂਜਾ ਵਿਸ਼ਾ ਜਿਹੜੀ ਸੀਗੀ NDRI ਦੀਆਂ ਜਿਹੜੀਆਂ ਗਾਈਡਲਾਈਨ ਨੇ। ਸੋ NDRI ਦੀਆਂ ਗਾਈਡਲਾਈਨ ਆਈਆਂ ਸਮੈਟਿਕ ਸੈੱਲ ਕਾਊਂਟ ਦੇ ਬਾਰੇ। ਦੇਖੋ ਸਮੈਟਿਕ ਸੈੱਲ ਕਾਊਂਟ ਹੈ ਜਿਹੜਾ ਉਹ ਅੱਜ ਵੀ ਫਾਰਮਾਂ 'ਤੇ ਬਹੁਤ ਵੱਡੀ ਸਮੱਸਿਆ ਹੈ, ਔਰ ਕਿਤੇ ਨਾ ਕਿਤੇ ਜਿਹੜਾ ਸਾਡਾ ਇੰਟਰਨੈਸ਼ਨਲ ਲੈਵਲ 'ਤੇ ਦੁੱਧ ਦੀ ਕੁਆਲਿਟੀ ਦਾ ਵੱਡਾ ਡਿਫਰੈਂਸ ਹੈ ਜਿਹੜਾ ਉਹ ਸਮੈਟਿਕ ਸੈੱਲ ਕਾਊਂਟ ਹੈ। ਜੇ ਅਸੀਂ ਥੋੜ੍ਹਾ ਜਿਹਾ ਇਹਦੇ ਬਾਰੇ ਦੇਖੀਏ ਤਾਂ ਸਮੈਟਿਕ ਸੈੱਲ ਕਾਊਂਟ ਜੁੜਿਆ ਹੋਇਆ ਹੈ ਸਬ ਕਲੀਨਿਕਲ ਮੈਸਟਾਈਟਸ ਨਾਲ, ਔਰ ਸਬ ਕਲੀਨਿਕਲ ਮੈਸਟਾਈਟਸ ਜਿਹੜੀ ਜੁੜੀ ਵੀ ਹੈ ਉਹ ਜੁੜੀ ਵੀ ਹੈ ਪਸ਼ੂ ਦੀ ਖੁਰਾਕ ਨਾਲ ਅਤੇ ਪਸ਼ੂ ਦੇ ਪ੍ਰਬੰਧਨ ਨਾਲ, ਜਿਹੜੀਆਂ ਦੋਨੇ ਚੀਜ਼ਾਂ ਨਾਲ ਬਣਦੀ ਹੈ ਪਸ਼ੂ ਦੀ ਇਮਿਊਨਿਟੀ। ਔਰ ਇਹਦੇ ਬਾਰੇ ਸਾਨੂੰ ਅੱਜ ਵੀ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਦੇਖੋ ਜਿਹੜਾ ਮੈਸਟਾਈਟਸ ਦੀ, ਜਾਂ ਜਿਵੇਂ ਮੈਸਟਾਈਟਸ ਅਸੀਂ ਕਹਿੰਦੇ ਹਾਂ ਵੀ ਮੰਨ ਲਓ ਜਿਵੇਂ 7000 ਕਰੋੜ ਦਾ ਜੇ ਮੈਸਟਾਈਟਸ ਦਾ ਨੁਕਸਾਨ ਹੁੰਦਾ ਹੈ ਦੇਸ਼ ਦੇ ਵਿੱਚ, ਤਾਂ ਜਿਹੜਾ 70% ਹੈ ਮਤਲਬ ਕਿ 5000 ਕਰੋੜ ਦਾ ਨੁਕਸਾਨ ਉਹ ਸਬ ਕਲੀਨਿਕਲ ਮੈਸਟਾਈਟਸ ਕਰਕੇ ਹੁੰਦਾ ਹੈ। ਔਰ ਇਹ ਸਾਨੂੰ ਸਮਝਣਾ ਪੈਣਾ ਹੈ ਵੀ ਜਿਹੜੀ ਸਬ ਕਲੀਨਿਕਲ ਮੈਸਟਾਈਟਸ ਦੇ ਕੇਸ ਆਉਂਦੇ ਹੈ ਜਾਂ ਬਾਰ-ਬਾਰ ਜਿਹੜੀ ਫਾਰਮਾਂ 'ਤੇ ਛਿੱਦੀਆਂ ਦੀ ਪ੍ਰੋਬਲਮ ਆਉਂਦੀ ਹੈ, ਮੈਂ ਇਹ ਬੜੀ ਜ਼ਿੰਮੇਵਾਰੀ ਨਾਲ ਗੱਲ ਕਹਿ ਰਿਹਾ ਵੀ ਇਹ ਸਾਰੇ ਕੇਸ ਪ੍ਰਾਇਮਰੀ ਕਾਰਨ ਇਹਨਾਂ ਦਾ ਬੈਕਟੀਰੀਆ ਨਹੀਂ ਹੁੰਦਾ ਹੈਗਾ। ਬੈਕਟੀਰੀਅਲ ਇਨਫੈਕਸ਼ਨ ਜਿਹੜੀ ਹੈਗੀ ਮੈਸਟਾਈਟਸ 'ਚ ਬੈਕਟੀਰੀਅਲ ਇਨਫੈਕਸ਼ਨ ਹੁੰਦੀ ਹੈ, ਪਰ ਬੈਕਟੀਰੀਅਲ ਇਨਫੈਕਸ਼ਨ ਪ੍ਰਾਇਮਰੀ ਕਾਰਨ ਕਦੇ ਵੀ ਨਹੀਂ ਹੁੰਦਾ। ਪ੍ਰਾਇਮਰੀ ਕਾਰਨ ਜਿਹੜਾ ਹੁੰਦਾ ਮੈਸਟਾਈਟਸ ਦਾ, ਜਿਹੜਾ ਮੈਂ ਪੰਜਾਬ ਦੇ ਬਹੁਤ ਸਾਰੇ ਫਾਰਮਾਂ 'ਤੇ ਦੇਖਿਆ, ਉਹਦੇ ਵਿੱਚ ਮੇਨ ਕਾਰਨ ਜਿਹੜਾ ਹੈਗਾ ਉਹ ਹੈਗਾ, ਸਭ ਤੋਂ ਵੱਡਾ ਕਾਰਨ ਜਿਹੜਾ ਹੈਗਾ ਸਾਡੇ ਐਨਾਪਲਾਜ਼ਮਾ ਜਾਂ ਪਸ਼ੂਆਂ 'ਚ ਖੂਨ ਦੀ ਕਮੀ। ਦੂਜਾ ਵੱਡਾ ਕਾਰਨ ਹੈਗਾ ਜਿਹੜਾ ਉਹ ਹੈਗਾ ਸਾਡਾ ਐਫਲਾਟੌਕਸਿਨ। ਐਫਲਾਟੌਕਸਿਨ ਬਹੁਤ ਮੇਜਰ ਕਾਰਨ ਹੈ ਸਾਡੇ ਜਿਹੜਾ ਸਮੈਟਿਕ ਸੈੱਲ ਕਾਊਂਟ ਫਾਰਮਾਂ 'ਤੇ ਨਹੀਂ ਸੈੱਟ ਆਉਂਦਾ, ਜਾਂ ਰਿਪੀਟਡ ਜਿਹੜਾ ਹੈਵੀ ਯੂਜ਼ ਆਫ ਐਂਟੀਬਾਇਓਟਿਕਸ ਹੋ ਰਿਹਾ ਉਹਦੇ ਵਿੱਚ ਐਫਲਾਟੌਕਸਿਨ ਬਹੁਤ ਵੱਡਾ ਕਾਰਨ ਹੈ। ਇਹੀ ਕਾਰਨ ਤੁਸੀਂ ਅਗਲੇ ਹੁਣ ਜਿਹੜਾ ਸੂਆ ਪੈ ਰਿਹਾ, ਜਦੋਂ ਤੁਸੀਂ 2 ਮਹੀਨੇ ਬਾਅਦ ਇਹ ਗਾਵਾਂ ਦੀ AI ਕਰਾਓਗੇ, ਜਦੋਂ ਸਰਦੀ ਬਹੁਤ ਜ਼ਿਆਦਾ ਵੱਧ ਜਾਣੀ ਹੈ, ਜੇ ਤੁਹਾਡੇ ਫਾਰਮ 'ਤੇ ਅੰਧਾਧੁੰਦ ਵਰਤੋਂ ਹੁੰਦੀ ਹੈ ਹਾਰਮੋਨਸ ਦੀ, ਤਾਂ ਇਹ ਗੱਲ ਮੇਰੀ ਯਾਦ ਰੱਖਿਓ ਵੀ ਤੁਹਾਡੇ ਜਿਹੜੀ ਇਹ ਹਾਰਮੋਨਲ ਡਿਸਟਰਬੈਂਸ ਹੈ ਇਹਦਾ ਪ੍ਰਾਇਮਰੀ ਕਾਰਨ ਐਫਲਾਟੌਕਸਿਨ ਹੈ, ਅਤੇ ਨਾਲ ਹੀ ਉਹਦੇ ਜਿਹੜੀ ਹੈਗੀ ਲਘੂ ਤੱਤਾਂ ਦੀ ਘਾਟ ਹੈ। ਸੋ ਜਦੋਂ ਵੀ ਅਸੀਂ ਇਹ ਚੀਜ਼ਾਂ ਬਾਰੇ ਗੱਲ ਕਰਦੇ ਹਾਂ ਤਾਂ ਇਹਦਾ ਕਾਰਨ ਅਸੀਂ ਜ਼ਰੂਰ ਵਿਚਾਰਿਆ ਕਰੀਏ। ਜਿਵੇਂ ਅਕਸਰ ਕੀ ਹੁੰਦਾ, ਮੈਂ ਦੇਖਦਾ ਵੀ ਜਿਹੜੀਆਂ ਕੰਪਨੀਆਂ ਨੇ, ਵੱਡੀਆਂ ਕੰਪਨੀਆਂ ਨੇ, ਜਿਹੜੇ ਉਹਨਾਂ ਵੱਲੋਂ ਸੈਮੀਨਾਰ ਕਰਵਾਏ ਜਾਂਦੇ ਆ ਬਹੁਤ ਸਾਰੇ, ਭਾਵੇਂ ਅੱਜ ਕੱਲ੍ਹ ਵੈਬੀਨਾਰ ਕਰਵਾਏ ਜਾਂਦੇ ਆ, ਉਹ ਇਸੇ ਤਰੀਕੇ ਨਾਲ ਕਰਵਾਏ ਜਾਂਦੇ ਆ ਵੀ ਕਿਹੜੇ ਟਾਈਮ 'ਤੇ ਕਿਹੜੀ ਸਮੱਸਿਆ ਆਉਂਦੀ ਹੈ, ਪਰ ਕਦੇ ਵੀ ਅਸੀਂ ਉਹਨਾਂ ਦੇ ਕਾਰਨ ਵੱਲ ਨਹੀਂ ਜਾਂਦੇ ਹੈਗੇ।
जिस तरह अजकल पिछे ट्रांजिशन मैनेजमेंट की गल कर रहे थे असीं, ट्रांजिशन मैनेजमेंट जे तुसीं बिना कारण समझे, बिना उन्होंने समझे अखां मीच के ਜਿਹੜੇ ਸਾਰੇ बहुत सारे भी ट्रांजिशन वाली फीडां वरत रहे ਸੀਗੇ, मैं देखिया ट्रांजिशन वाली फीड वरतनी वधिया गल है, पर सारा कुछ समझना जरूरी है भी हरे चारे की वरतों करनी चाहिए है ਜਾਂ नहीं करनी चाहिए, कैल्शियम नाल देना है ਜਾਂ नहीं देना, ਜਾਂ डी-कैट सही रखना है ਜਾਂ नहीं रखना। सो ये चीज़ों नूं समझे बिना असीं जे करांगे ਤਾਂ ਸਾਡਾ ਇਹ ਧੰਦਾ ਲਾਹੇਵੰਦ नहीं हो सकना हैगा। सो अज ਆਪਾਂ इस विषय की शुरुआत की है, ਇਹਦੇ ਬਾਰੇ ਆਪਾਂ बहुत सारी विस्तार 'ਚ ਗੱਲ ਕਰਾਂਗੇ। ਦੂਜਾ मैं ਤੁਹਾਨੂੰ ਇਹੀ ਕਹੂੰਗਾ ਵੀ ਪੰਜਾਬ ਸਰਕਾਰ ਦਾ ਆਪਣਾ ਪਸ਼ੂ ਪਾਲਣ ਵਿਭਾਗ ਦਾ ਤੇ ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ ਦਾ ਜਾਂ ਹੋਰ ਜਿਹੜਾ ਪੰਜਾਬ ਸਰਕਾਰ ਦਾ ਅਦਾਰਿਆਂ ਦਾ ਸਾਡਾ ਜਿਨ੍ਹਾਂ ਨਾਲ ਟਾਈ ਅਪ ਹੈ, ਤੁਸੀਂ ਆਪਣੇ ਨੇੜੇ ਦੇ ਪਸ਼ੂ ਹਸਪਤਾਲ ਤੋਂ ਇਹ ਸੀਮਨ ਦੀ ਵਰਤੋਂ ਕਰਨੀ ਸ਼ੁਰੂ ਕਰੋ। ਇਹਦੇ ਨਾਲ ਤੁਹਾਡਾ ਬਹੁਤ ਸਾਰਾ ਖਰਚਾ ਬਚੇਗਾ। 14,000 ਵਾਲਾ ETT ਸੀਮਨ ਹੈ ਜਿਹੜਾ ਸਾਡੇ ਮੇਰੇ ਆਪਦੇ ਏਰੀਏ ਦੇ ਵਿੱਚ 100 ਤੋਂ ਵੱਧ ਇਹਨਾਂ ਦੀਆਂ ਬੱਚੀਆਂ ਹੋਣੀਆਂ ਸੀਮਨ ਦੀਆਂ। ਸਿਰਫ ਹੁਣ ਇਹਦਾ ਰੇਟ ਪਿੱਛੇ ਜੇ ਪੰਜਾਬ ਸਰਕਾਰ ਨੇ ਰੇਟ ਘਟਾਏ, 35 ਰੁਪਏ ਰੇਟ ਹੈ। ਔਰ ਇਸੇ ਤਰ੍ਹਾਂ ਦਾ ਇਸੇ ਪੈਮਾਨਿਆਂ ਦਾ ਜੇ ਤੁਸੀਂ ਕੋਈ ਪ੍ਰਾਈਵੇਟ ਸੀਮਨ ਲੈਂਦੇ ਹੋ ਤਾਂ ਹੋ ਸਕਦਾ ਤੁਹਾਨੂੰ 500-700 ਰੁਪਈਆ ਤੁਹਾਡਾ ਲੱਗ ਜੇ। ਸੋ ਇਸ ਕਰਕੇ ਪਹਿਲੀ ਗੱਲ ਇਹ ਹੈ। ਦੂਜੇ ਨੰਬਰ 'ਤੇ ਮੂੰਹ ਖੁਰ ਦੀ ਵੈਕਸੀਨ ਸਾਡੀ ਕੱਲ੍ਹ ਤੋਂ 15 ਤੋਂ ਸਟਾਰਟ ਹੋ ਰਹੀ ਹੈ। ਔਰ ਮੂੰਹ ਖੁਰ ਦੀ ਵੈਕਸੀਨ ਜਿਹੜੀ ਹੈਗੀ ਹੈ 100% ਈਅਰ ਟੈਗਿੰਗ ਨਾਲ, ਜਿਹੜੀ ਕਿ ਈਅਰ ਟੈਗਿੰਗ ਇਹ ਕੰਨਾਂ ਦੀਆਂ ਮੁਰਕੀਆਂ ਜਿਹੜੀਆਂ ਆਧਾਰ ਕਾਰਡ ਹੈ ਇਹਦੇ ਨਾਲ ਹੋਣੀ ਹੈ। ਤੁਹਾਡੇ 100% ਹਰ ਜਗ੍ਹਾ 'ਤੇ ਜਿਹੜੇ ਹੈਗੇ ਇਸ ਵਾਰ ਜਿਹੜੀ ਹੈਗੀ ਇਹ ਵੈਕਸੀਨ ਸਰਕਾਰ ਵੱਲੋਂ ਜਿਹੜੇ ਹੈਗੇ ਪ੍ਰਾਈਵੇਟ AI ਵਰਕਰ ਤੇ ਜਿਹੜੇ ਹੈਗੇ ਰਿਟਾਇਰਡ ਪਰਸਨ ਉਹਨਾਂ ਨੂੰ ਹਾਇਰ ਕਰਕੇ ਜਾਂ ਬੇਰੁਜ਼ਗਾਰ ਨੌਜਵਾਨ ਜਿਹੜੇ ਉਹਨੂੰ ਹਾਇਰ ਕਰਕੇ ਉਹਨਾਂ ਨੂੰ ਕਰਕੇ ਨਾਲ ਲਾ ਕੇ ਲਵਾਈ ਜਾ ਰਹੀ ਹੈ। ਤੁਸੀਂ ਇਹ ਯਕੀਨੀ ਬਣਾਓ ਵੀ ਤੁਹਾਡੇ ਜਿੱਥੇ ਵੀ ਵੈਕਸੀਨ ਲੱਗਦੀ ਹੈ ਟੈਗ ਜ਼ਰੂਰ ਲੱਗੇ ਔਰ ਉਹ ਟੈਗ ਤੁਹਾਡਾ ਐਂਟਰ ਜ਼ਰੂਰ ਹੋਵੇ। ਸੋ ਅਖੀਰ 'ਤੇ ਮੈਂ ਇਹੀ ਕਹੂੰਗਾ ਵੀ ਆਉਣ ਵਾਲਾ ਜਿਹੜਾ 3 ਮਹੀਨੇ ਦਾ ਸਾਡਾ ਤਿਉਹਾਰਾਂ ਦਾ ਸੀਜ਼ਨ ਹੈ, ਅਸੀਂ ਪਹਿਲਾਂ ਆਪਦੇ ਘਰ ਦੇ ਵਿੱਚ ਜਿਹੜੇ ਬਾਜ਼ਾਰੋਂ ਅਸੀਂ ਚਿਪਸ, ਕੁਰਕਰੇ, ਕੋਲਡ ਡਰਿੰਕ, ਫਰੂਟੀਆਂ ਲੈ ਕੇ ਆਉਣੇ ਆ, ਉਹਨਾਂ ਦੀ ਵਰਤੋਂ ਨੂੰ ਰੋਕ ਕੇ ਦੁੱਧ ਤੋਂ ਬਣੇ ਹੋਏ ਆਪਣੇ ਜਿਹੜੇ ਪਦਾਰਥ ਹੈ, ਦੁੱਧ ਅਤੇ ਦੁੱਧ ਤੋਂ ਬਣੇ ਹੋਏ ਪਦਾਰਥ ਉਹਨਾਂ ਦੀ ਵਰਤੋਂ ਵਧਾਈਏ। ਕਿਉਂਕਿ ਜੇ ਅਸੀਂ ਨਹੀਂ ਵਰਤਾਂਗੇ ਤਾਂ ਹੋਰ ਕਿਸੇ ਨੇ ਨਹੀਂ ਵਰਤਣੇ। ਸੋ ਅੱਜ ਵੀ ਜਿਹੜੇ ਇੱਕ ਲੌਬੀ ਹੈ ਜਿਨ੍ਹਾਂ ਵੱਲੋਂ ਬਹੁਤ ਖਾਸ ਕਰਕੇ ਸੌਫਟ ਡਰਿੰਕ ਲੌਬੀ ਵੱਲੋਂ ਜਿਹੜੇ ਦੁੱਧ ਦੀ ਕੁਆਲਿਟੀ 'ਤੇ ਵਾਰ-ਵਾਰ ਨਿਸ਼ਾਨ ਲਾਏ, ਜਿਹੜੇ ਕੁਐਸਚਨ ਮਾਰਕ ਜਿਹੜੇ ਹੈਗੇ ਸਵਾਲ ਚਿੰਨ੍ਹ ਲਾਏ ਜਾਂਦੇ ਹੈ। ਕੁਛ ਬਹੁਤ ਸਾਰੇ ਜਿਵੇਂ ਇੱਕ ਪਿੱਛੇ ਜੇ WHO ਦਾ ਜਿਹੜਾ ਸੀਗਾ ਉਹ ਇੱਕ ਖਬਰ ਇੱਕ ਸਰਕੂਲੇਟ ਕੀਤੀ ਗਈ ਜੀ, ਇੰਨੇ % ਲੋਕਾਂ ਨੂੰ ਤਾਂ ਪਤਾ ਨਹੀਂ ਇੰਡੀਆ 'ਚ 2025 ਤੱਕ ਪਤਾ ਨਹੀਂ 30 ਤੱਕ ਕੈਂਸਰ ਹੋ ਜਾਣਾ ਹੈ। ਉਹ 100% ਫੇਕ ਨਿਊਜ਼ ਸੀ, ਝੂਠੀ ਖਬਰ ਸੀ। ਇਹਨਾਂ ਤੋਂ ਬਚ ਕੇ ਰਹੋ। ਕੁਆਲਿਟੀ 'ਤੇ ਅਸੀਂ ਲਗਾਤਾਰ ਕੰਮ ਕਰਦੇ ਰਹੀਏ। ਨੇੜੇ ਦਾ ਜਿਹੜਾ ਪਸ਼ੂ ਹਸਪਤਾਲ ਹੈ, ਡਿਸਪੈਂਸਰੀ ਹੈ, ਉਹਦੇ ਨਾਲ ਜੁੜੇ ਰਹੋ। ਬਾਕੀ ਹੁਣ ਸੈਮੀਨਾਰ ਵੀ ਚੱਲ ਰਹੇ ਆ ਗੁਰੂ ਅੰਗਦ ਦੇਵ ਯੂਨੀਵਰਸਿਟੀ ਨਾਲ। ਗੁਰੂ ਅੰਗਦ ਦੇਵ ਯੂਨੀਵਰਸਿਟੀ ਦੇ ਜਿਹੜੇ ਮਾਹਰ ਆ ਉਹਨਾਂ ਨਾਲ ਵੀ ਜੁੜੇ ਰਹੋ। ਐਂਟੀਬਾਇਓਟਿਕ ਤੇ ਜਿਹੜੀਆਂ ਹੋਰ ਹੈਵੀ ਜਿਹੜੀਆਂ ਡਰੱਗਸ ਨੇ ਉਹਨਾਂ ਦੀ ਅਸੀਂ ਵਰਤੋਂ ਘਟਾਈਏ। ਅਖੀਰ 'ਤੇ ਮੈਂ ਇਹੀ ਕਹੂੰਗਾ ਜੀ ਵੀ ਜਿਹੜੀਆਂ ਆਲਟਰਨੇਟਿਵ ਪੈਥੀਜ਼ ਨੇ ਸਾਡੀਆਂ, ਹੋਮਿਓਪੈਥੀ, ਇਲੈਕਟ੍ਰੋ ਹੋਮਿਓਪੈਥੀ, ਉਹਨਾਂ ਵੱਲ ਮੁੜੀਏ। ਸੋ ਅਖੀਰ 'ਤੇ ਮੈਂ ਆਪਣੀ ਗੱਲ ਇਹੀ ਕਹਿ ਕੇ ਸਮਾਪਤ ਕਰੂੰਗਾ ਵੀ ਸੰਤੁਲਿਤ ਖੁਰਾਕ, ਸਹੀ ਪ੍ਰਬੰਧਨ, ਸਹੀ ਪ੍ਰਜਨਨ, ਸਹੀ ਪ੍ਰਬੰਧਨ ਅਤੇ ਸਹੀ ਮੰਡੀਕਰਨ, ਇਹਦੇ ਨਾਲ ਸਾਰੀਆਂ ਸਮੱਸਿਆਵਾਂ ਦਾ ਹੱਲ ਹੋਣਾ ਹੈ। ਔਰ ਅਸੀਂ ਇਹ ਸਾਰੇ ਰਲ ਮਿਲ ਕੇ ਕੋਸ਼ਿਸ਼ ਕਰੀ ਵੀ ਅਗਲੇ 2 ਸਾਲਾਂ 'ਚ ਅਸੀਂ ਵਧੀਆ ਕੁਆਲਿਟੀ ਦੇ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ਉਪਲਬਧ ਕਰਾਈਏ। ਪਸ਼ੂ ਪਾਲਣ ਵਿਭਾਗ 100% ਤੁਹਾਡੇ ਨਾਲ ਹੈ। ਸੋ ਆਪਣਾ ਇਹ ਵਿਸ਼ਾ ਬਹੁਤ ਲੰਬਾ ਚੱਲਦਾ ਰਹੂਗਾ ਜੀ। ਵੀਡੀਓ ਆਪਣੀ ਲਗਭਗ 25 ਮਿੰਟ ਦੀ ਹੋ ਚੱਲੀ ਹੈ। ਅਗਲੇ ਬੁੱਧਵਾਰ ਆਪਾਂ ਇਹਦੇ ਬਾਰੇ ਹੋਰ ਵਿਸਥਾਰ 'ਚ ਗੱਲ ਕਰਾਂਗੇ। ਕੋਈ ਸਵਾਲ ਹੋਣ ਤੁਸੀਂ ਮੈਨੂੰ WhatsApp ਕਰ ਦਿਓ। ਬਹੁਤ ਸਾਰੇ ਵੀਰਾਂ ਦੇ ਫੋਨ ਮਿਸ ਹੋ ਜਾਂਦੇ ਆ ਜੀ, ਕੰਮ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਹੈ, ਨਹੀਂ ਫੋਨ ਸੁਣ ਹੁੰਦੇ। WhatsApp ਕਰ ਦਿਆ ਕਰੋ, ਮੈਂ ਕੋਸ਼ਿਸ਼ ਕਰੂੰ ਜਿੰਨੇ ਕੁ ਜਵਾਬ ਦੇ ਸਕਾਂ ਮੈਂ। ਸੋ ਧੰਨਵਾਦ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਆਪਣਾ ਵਿਸ਼ਾ ਚੱਲਦਾ ਰਹੇਗਾ।